पिरामिड ई सर्विसेज तो भवनूर सिंह मेरे नाल मौजूद ने। सब तो पहला तो जी स्वागत है। तो दूसरी गल ये है कि तुसीं कहने हो कि असीं घट खर्चे च बच्चे नूं भेजदे हां, बच्चों नूं फ्री भी भेजा जा रहा। सो पहली गल तो सुमन ਆਪਾਂ ਜਿਹੜੇ ਕੰਸਲਟੈਂਟ ਏਜੰਟ ਪ੍ਰਮੋਟ ਕਰਦੇ ਹੈ ਫੀਸ ਆਫਟਰ ਵੀਜ਼ਾ, ਉਹ ਬੇਸਿਕਲੀ ਕੰਸਲਟੈਂਟ ਨਹੀਂ ਹੈ, ਦੇ ਆਰ ਨਾਟ ਕੰਸਲਟਿੰਗ। ਉਹਨਾਂ ਨੂੰ ਇਨਵੈਸਟਰ ਕਹੀਏ ਕਿਉਂਕਿ ਉਹ ਇਨਵੈਸਟ ਕਰਕੇ ਜਿਹੜਾ ਵਿਆਜ 1% 1.5% 2% ਮਿਲਦਾ ਸੀ ਕਿਸੇ ਇੱਕ ਗਰੀਬ ਆਦਮੀ ਨੂੰ ਲੋੜ 'ਤੇ, ਜਿਹਨੂੰ ਬੈਂਕ ਨਹੀਂ ਦਿੰਦਾ ਸੀ, ਉਹਨੂੰ ਹੁਣ 2 ਗੁਣਾ 3 ਗੁਣਾ ਉਹ ਤੋਂ ਚਾਰਜ ਕਰ ਲੈਂਦੇ ਆ। ਸੋ ਬੇਸਿਕਲੀ ਦੇ ਆਰ ਨਾਟ ਐਡਵਾਈਜ਼ਿੰਗ। ਅੱਜ ਮੈਂ ਇਸ ਮੰਚ 'ਤੇ ਦਾਅਵਾ ਕਰ ਰਿਹਾ ਕਿ ਜੇ ਕੋਈ ਬੱਚੇ ਦੇ ਖਾਤੇ 'ਚੋਂ ਉੱਥੇ ਫੀਸ ट्रांसफर करवा रहा है, अगर कोई बच्चा मेरे को आके कहता है कि ऐदा होया और मेरा वीज़ा रिफ्यूज़ हो गया है, मैं अज इस मंच से दावा कर रहे हैं कि ਆਪਾਂ उस बच्चे का केस फ्री ऑफ कॉस्ट करांगे। ये बहुत वड्डा दावा भवनूर सिंह जी, ਅਸੀਂ डेली पोस्ट पंजाबी ते ये नशर करनी है चीज़। तो देखो कोई बच्चा दावा कर दिंदा है कि मेरे अकाउंट 'चों ही फीस गई हुई है तो ਤੁਹਾਨੂੰ ਬੱਚਾ फ्री भेजना पैना। बिल्कुल भेजांगे जी। जे बच्चा कोई आके अपने खाते की स्टेटमेंट दिखा दिंदा है फीस आफ्टर वीज़ा वालियां दी कि साडे खाते 'चों पैसे गए सी और वीज़ा रिफ्यूज़ हो गया और मुड़ खाते 'ਚ पैसे उन्होंने वापस भेजे तो ਆਪਾਂ अपने फाइनेंसर ਨੂੰ ਪੈਸੇ ਮੋੜ ਦਿੱਤੇ, ਸਾਡੇ ਕੋਲ ਤੁਸੀਂ ਇਹ ਕੇਸ ਲੈ ਕੇ ਆਓ, ਆਪਾਂ ਤੁਹਾਡਾ ਕੇਸ ਫ੍ਰੀ ਕਰਾਂਗੇ। ਐਕਸਪੋਜ਼ ਕਰਨਾ ਫੀਸ ਆਫਟਰ ਵੀਜ਼ੇ ਦਾ ਜੋ ਹੈ ਚੱਲ ਰਿਹਾ ਹੈ ਇਸ ਵੇਲੇ ਸਿਸਟਮ, ਹੀ ਔਰ ਸ਼ੀ ਸ਼ੁੱਡ ਨੋ ਕਿ ਕੈਨੇਡਾ ਦੇ ਵਿੱਚ ਕਾਲਜਿਸ ਔਰ ਯੂਨੀਵਰਸਿਟੀਜ਼ ਇਹ ਕਹਿੰਦੇ ਆ ਕਿ ਫੀਸ ਤੁਹਾਡੇ ਖਾਤੇ 'ਚੋਂ ਆਉਣੀ ਚਾਹੀਦੀ ਹੈ। ਜੇ ਫੀਸ ਨਹੀਂ ਆ ਰਹੀ ਹੈ ਤੇ ਅਲਟੀਮੇਟਲੀ ਇਟ ਇਜ਼ ਨਾਟ ਅ ਵੈਰੀ ਲੈਜਿਟੀਮੇਟ ਥਿੰਗ। ਹੁੰਦਾ ਕੀ ਹੈ ਫੀਸ ਆਫਟਰ ਵੀਜ਼ਾ ਵਿੱਚ ਪ੍ਰਾਈਵੇਟ ਕਾਲਜਿਸ ਨਾਲ ਅਰੇਂਜਮੈਂਟ ਕਰ ਲਿਆ ਜਾਂਦਾ ਹੈ ਕਿ ਤੁਸੀਂ ਬੱਚਾ ਸਾਨੂੰ ਭੇਜੋ, ਜੇ ਵੀਜ਼ਾ ਲੱਗ ਗਿਆ ਤਾਂ ਫੀਸ ਮੁੜ ਵੀਜ਼ਾ ਲੱਗਣ ਤੋਂ ਬਾਅਦ ਟ੍ਰਾਂਸਫਰ ਕਰ ਦੇਣਾ ਔਰ ਉਸ ਤੋਂ ਬਾਅਦ ਫਿਰ ਜਿਹੜੀ ਫੀਸ ਦਾ ਅਰੇਂਜਮੈਂਟ ਹੈ ਆਪਸ ਵਿੱਚ ਡਿਵੀਜ਼ਨ ਕਰ ਲਈ ਜਾਂਦੀ ਹੈ। ਸੋ ਇਸ ਕਰਕੇ ਇਹ ਅਵੇਅਰ ਕਰਨਾ ਬੱਚਿਆਂ ਨੂੰ ਜ਼ਰੂਰੀ ਹੈ। ਉਹਦੇ ਨਾਲ ਹੁੰਦਾ ਕੀ ਹੈ, 100 ਕੇਸਾਂ 'ਚ ਲੱਗਦੇ ਵੀਜ਼ੇ 5-10 ਹੈ, ਉਹ ਬੰਦੇ ਫਿਰ ਅੱਗੇ ਪੈਸਾ ਕਮਾਉਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹ 5-10 ਤੋਂ ਹੀ 30-40 ਦੀ ਕਸਰ ਪੂਰੀ ਕਰ ਲੈਂਦੇ ਆ, 30-40 ਜੋਗੀ ਕਸਰ ਪੂਰੀ ਕਰ ਲੈਂਦੇ ਆ। ਜੇ ਤੁਸੀਂ ਇਸ ਮੈਥਡ ਵਿੱਚ ਜਾਣਾ ਚਾਹੁੰਦੇ ਹੋ ਜੀ ਸਦਕੇ ਜਾਓ, ਬਟ ਚੰਗਾ ਕਿਤੇ ਕੇਸ ਖਰਾਬ ਕਰਕੇ ਨਾ ਬਹਿ ਜਾਣਾ। ਉਮੀਦ ਹੈ ਕਿ ਜੇਕਰ ਬੱਚਿਆਂ ਦੀ ਇਸੇ ਤਰ੍ਹਾਂ ਲੁੱਟ ਹੋ ਰਹੀ ਹੈ, ਜੇ ਉਹਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਤਾਂ ਬੱਚੇ ਜਾਗਰੂਕ ਹੋਣੇ ਹੀ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ। ਸ਼ੁਰੂ ਤੋਂ ਹੀ ਸਾਡਾ ਉਪਰਾਲਾ ਰਿਹਾ ਸੁਮਨ ਕਿ ਹਰ ਵੇਲੇ ਹਰ ਪੁਆਇੰਟ ਤੇ ਜੋ ਚੀਜ਼ ਠੀਕ ਨਹੀਂ ਚੱਲ ਰਹੀ ਇੰਡਸਟਰੀ ਦੇ ਵਿੱਚ ਉਸ ਬਾਰੇ ਆਪਾਂ ਹਮੇਸ਼ਾ ਆਵਾਜ਼ ਚੱਕੀ ਹੈ, ਉਸ ਬਾਰੇ ਹਮੇਸ਼ਾ ਦੱਸਿਆ ਹੈ। ਪਿਰਾਮਿਡ ਈ ਸਰਵਿਸਿਜ਼ ਹਮੇਸ਼ਾ ਇੱਕ ਸਟੂਡੈਂਟ ਨੂੰ ਇੱਕ ਫਾਈਲ ਨਹੀਂ ਟਰੀਟ ਕਰਦਾ, ਇੱਕ ਸਟੂਡੈਂਟ ਨੂੰ ਇੱਕ ਜ਼ਿੰਦਗੀ ਟਰੀਟ ਕਰਦਾ ਹੈ, ਉਹਦਾ ਕਰੀਅਰ, ਉਹਦਾ ਭਵਿੱਖ ਟਰੀਟ ਕਰਦਾ ਹੈ। ਵੀਜ਼ਾ ਲੱਗਣਾ ਨਾ ਲੱਗਣਾ ਤੇ ਅੱਗੇ ਬਾਬੇ ਨਾਨਕ ਦੇ ਹੱਥ ਹੈ, ਇਮੀਗ੍ਰੇਸ਼ਨ ਕੈਨੇਡਾ ਦੇ ਹੱਥ। ਬੱਚਿਆਂ ਦੇ ਵੀਜ਼ਾ ਆਏ ਨੇ ਤਾਂ ਬੱਚੇ ਡਾਇਰੈਕਟ ਫਲਾਈਟ ਰਾਹੀਂ ਕੈਨੇਡਾ ਨਹੀਂ ਪਹੁੰਚ ਰਹੇ। ਜਿਹੜੇ ਹਾਲਟ ਨੇ ਉੱਥੇ ਬੱਚੇ ਜਾਂ ਤਾਂ ਫਸ ਰਹੇ ਨੇ ਜਾਂ ਵਾਪਸ ਆ ਰਹੇ ਨੇ ਜਾਂ ਹਾਲੇ ਤੱਕ ਆਈਸੋਲੇਸ਼ਨ ਨਹੀਂ। ਸੁਮਨ ਬਹੁਤ ਅੱਛਾ ਕੁਐਸਚਨ ਹੈ, ਦੈਟਸ ਅ ਵੈਰੀ ਐਕਸਲੈਂਟ ਕੁਐਸਚਨ। ਟਰੈਵਲ ਐਡਵਾਈਜ਼ਰੀਜ਼ ਜਿਹੜੀਆਂ ਚੇਂਜ ਹੋ ਰਹੀਆਂ ਹਰ ਹਫਤੇ 2 ਹਫਤੇ ਹਰ ਮਹੀਨੇ ਬਾਅਦ ਉਹ ਟਰੈਵਲ ਐਡਵਾਈਜ਼ਰੀਜ਼ ਚੇਂਜ ਹੋ ਰਹੀਆਂ। ਮੈਡੀਕਲ ਕਲੀਅਰੈਂਸ ਨਾ ਹੋਣ ਕਰਕੇ ਬਹੁਤ ਸਾਰੇ ਬੱਚੇ ਜਿਹੜੀ ਟ੍ਰਾਂਜ਼ਿਟ ਕੰਟਰੀਜ਼ ਹੈ ਜਿੱਥੇ ਹਾਲਟ ਲੈ ਰਹੇ ਹੈ ਉੱਥੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਵਾਪਸ ਭੇਜਿਆ ਜਾ ਰਿਹਾ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸੋ ਮੇਰੀ ਇਹ ਅਪੀਲ ਹੈ ਹਰ ਇੱਕ ਉਹ ਸਟੂਡੈਂਟ ਨੂੰ ਜੋ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦਾ ਹੈ ਕਿ ਜਾਣ ਤੋਂ ਪਹਿਲੇ ਇਹ ਦੇਖੋ ਕਿ ਤੁਹਾਡੀ ਮੈਡੀਕਲ ਦੀ ਵੈਲਿਡਿਟੀ ਕੀ ਹੈ। 6 ਮੰਥਸ ਦੀ ਮਿਨੀਮਮ ਵੈਲਿਡਿਟੀ ਚਾਹੀਦੀ ਹੈ। ਤਾਂ ਜਿਹੜੇ ਬੱਚੇ ਬੈਂਡ ਨਹੀਂ ਲੈ ਪਾ ਰਹੇ, ਹਰ ਪੰਜਾਬੀ ਤਾਂ ਇੰਨਾ ਕੈਪੇਬਲ ਨਹੀਂ ਹੈ, ਠੀਕ ਹੈ, ਆਪੋ ਆਪਣੇ ਤਰੀਕੇ ਦੇ ਨਾਲ ਬੱਚਾ ਕੈਪੇਬਲ ਹੁੰਦਾ। ਜ਼ਰੂਰੀ ਨਹੀਂ ਕਿ ਜਿਹਨੇ ਆਇਲਸ ਬੈਂਡ ਹੀ ਲਏ ਨੇ ਉਹਨੂੰ ਹੀ ਆਪਾਂ ਕੈਪੇਬਲ ਕਵਾਂਗੇ। ਤਾਂ ਬਿਨਾਂ ਆਇਲਸ ਵਾਲਿਆਂ ਦਾ ਕੀ ਭਵਿੱਖ ਹੈ? ਦੇਖੋ ਬਿਨਾਂ ਆਇਲਸ ਵਾਲੇ ਅਗਰ ਕੈਨੇਡਾ ਜਾਣਾ ਚਾਹੁੰਦੇ ਆ ਤੇ ਪਿਰਾਮਿਡ ਕਾਲਜ ਇੱਕ ਬਹੁਤ ਚੰਗਾ ਉਪਰਾਲਾ ਲੈ ਕੇ ਆਇਆ ਸੀ 3 ਸਾਲ ਪਹਿਲੇ, ਜਿਹਦੇ ਵਿੱਚ ਬੱਚਾ ਬਿਨਾਂ ਆਇਲਟਸ ਤੋਂ ਪਿਰਾਮਿਡ ਕਾਲਜ ਵਿੱਚ ਕੈਨੇਡੀਅਨ ਪ੍ਰੋਗਰਾਮ ਦੇ ਵਿੱਚ ਦਾਖਲਾ ਲੈ ਸਕਦਾ ਹੈ ਔਰ 2 ਸਾਲ ਇੱਥੇ ਪੜ੍ਹਾਈ ਦੇ ਦੌਰਾਨ IELTS ਦੀ ਤਿਆਰੀ ਪਿਰਾਮਿਡ ਕਾਲਜ ਕਰਵਾਊਗਾ ਔਰ 7 ਬੈਂਡ ਤੱਕ ਬੱਚਿਆਂ ਦੇ ਔਨ ਐਨ ਐਵਰੇਜ 6.5-7 ਬੈਂਡ ਤੱਕ ਬੱਚਿਆਂ ਦੇ ਆ ਜਾਂਦੇ ਆ ਤੇ ਤੀਸਰੇ ਸਾਲ ਬੱਚਾ ਡਾਇਰੈਕਟਲੀ ਕੈਨੇਡੀਅਨ ਯੂਨੀਵਰਸਿਟੀ ਜਾਂ ਕਾਲਜ ਵਿੱਚ ਡਿਗਰੀ ਕਰਨ ਜਾਊਗਾ। डेली पोस्ट पंजाबी देख रहे तमाम दर्शकों का मैं सुमन जेटली स्वागत करती हाँ। ਅਸੀਂ हैरान हो जाते हैं देख के कि अजकल बच्चों के सुपने डॉक्टर इंजीनियर बनने के नहीं, बच्चों के सुपने कैनेडा जाके पढ़ाई करके PR हासिल करन दे ने, वर्क परमिट हासिल करके PR हासिल करन दे ने। तो ये सुपने किस तरह पूरे होंगे क्योंकि मार्केट दे विच जिन्ने भी इमीग्रेशन कंसलटेंट ने वो आपो अपने वक्खो वक्ख दावे कर रहे हैं। कोई मुफ्त दे विच भेज रहा है, कोई घट पैसों दे विच भेज रहा है तो कोई भेज रहा है फी आफ्टर वीज़ा का हौंका भर के। पिरामिड ई सर्विसेज तो भवनूर सिंह मेरे नाल मौजूद ने। सब तो पहला तो जी स्वागत है। तो दूसरी गल ये है कि तुसीं कहने हो कि असीं घट खर्चे 'ਚ ਬੱਚੇ ਨੂੰ ਭੇਜਦੇ ਹਾਂ, ਬੱਚਿਆਂ ਨੂੰ फ्री भी भेजा जा रहा ਹੁਣ। ਸੋ ਪਹਿਲੀ ਗੱਲ ਤਾਂ ਸੁਮਨ ਆਪਾਂ ਜਿਹੜੇ ਕੰਸਲਟੈਂਟ ਏਜੰਟ ਪ੍ਰਮੋਟ ਕਰਦੇ ਆ ਫੀਸ ਆਫਟਰ ਵੀਜ਼ਾ, ਉਹ ਬੇਸਿਕਲੀ ਕੰਸਲਟੈਂਟ ਨਹੀਂ ਹੈ, ਦੇ ਆਰ ਨਾਟ ਕੰਸਲਟਿੰਗ
they are not giving right kind of an advice। ਉਹ ਬੇਸਿਕਲੀ ਆਪਾਂ ਉਹਨਾਂ ਨੂੰ ਇਨਵੈਸਟਰ ਕਹਿ ਦੇਵਾਂਗੇ ਜਾਂ ਫਾਈਨੈਂਸਰ ਕਹਿ ਦੇਵਾਂਗੇ। ਸੋ ਪਹਿਲੇ ਆਪਾਂ ਇੱਕ ਜਿਹੜੀ ਟਰਮ ਹੈ ਕਿ ਕੰਸਲਟੈਂਟ ਭੇਜ ਰਿਹਾ ਹੈ ਫੀਸ ਆਫਟਰ ਵੀਜ਼ਾ, ਤੇ ਉਹ ਟਰਮ ਚੇਂਜ ਕਰੀਏ, ਉਹਨਾਂ ਨੂੰ ਇਨਵੈਸਟਰ ਕਹੀਏ, ਕਿਉਂਕਿ ਉਹ ਇਨਵੈਸਟ ਕਰਕੇ ਜਿਹੜਾ ਵਿਆਜ 1% 1.5% 2% ਮਿਲਦਾ ਸੀ ਕਿਸੇ ਇੱਕ ਗਰੀਬ ਆਦਮੀ ਨੂੰ ਲੋੜ 'ਤੇ, ਜਿਹਨੂੰ ਬੈਂਕ ਨਹੀਂ ਦਿੰਦਾ ਸੀ, ਉਹਨੂੰ ਹੁਣ 2 ਗੁਣਾ 3 ਗੁਣਾ ਉਹ ਤੋਂ ਚਾਰਜ ਕਰ ਲੈਂਦੇ ਆ। ਸੋ ਬੇਸਿਕਲੀ ਦੇ ਆਰ ਨਾਟ ਐਡਵਾਈਜ਼ਿੰਗ। ਇਹ ਇੱਕ ਮਾਡਰਨ ਤਰੀਕਾ ਆ ਗਿਆ ਹੈ ਬਾਹਰ ਭੇਜਣ ਦਾ ਕਿ ਹਾਂਜੀ ਫੀਸ ਆਫਟਰ ਵੀਜ਼ਾ ਪਿਛਲੇ 3-4 ਸਾਲ ਤੋਂ ਜ਼ਿਆਦਾ ਪ੍ਰਚਲਿਤ ਹੋਇਆ ਬਟ ਹੁਣ ਇਸ ਵੇਲੇ ਹਰ ਦੂਜਾ ਤੀਜਾ ਕੰਸਲਟੈਂਟ, ਇਨਵੈਸਟਰ, ਫਾਈਨੈਂਸਰ, ਆਈ ਡੋਂਟ ਨੋ ਵਾਟ ਟੂ ਸੇ ਦੈਮ, ਬਟ ਦੈਨ ਦੇ ਹੈਵ ਬੀਨ ਯੂਜ਼ਿੰਗ ਇਟ। ਔਰ ਹੋ ਕੀ ਰਿਹਾ ਹੈ ਕਿ ਕਿਉਂਕਿ ਕੋਵਿਡ ਕਰਕੇ ਫਾਈਨੈਂਸ਼ੀਅਲ ਸਾਡੀਆਂ ਜਿਹੜੀਆਂ ਪੋਕਿਟਸ ਸੀਗੀਆਂ ਪੰਜਾਬ ਵਿੱਚ ਕਿਸਾਨਾਂ ਦੀਆਂ, ਉਹ ਜਿਹੜੀਆਂ ਡੀਪ ਪੋਕਿਟਸ ਸੀਗੀਆਂ, ਜਿਹੜੀਆਂ ਜਿਹੜਾ ਪੈਸਾ ਦਾ ਫਲੋ ਚੱਲਦਾ ਪਿਆ ਸੀ, ਉਹ ਪੈਸੇ ਦਾ ਫਲੋ ਕੋਵਿਡ ਕਰਕੇ, ਕਿਸਾਨੀ ਧਰਨੇ ਕਰਕੇ, ਜਿਹੜੇ ਨਵੇਂ ਕਾਨੂੰਨ ਆਏ ਹੈ ਉਹਦੇ ਕਰਕੇ ਥੋੜ੍ਹਾ ਜਿਹਾ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਜਿਸ ਕਰਕੇ ਬੱਚੇ ਇਸ ਵੇਲੇ ਇੰਨੇ ਕੁ ਡੈਸਪਰੇਟ ਹੋਏ, ਜਿਵੇਂ ਤੁਸੀਂ ਕਿਹਾ ਕਿ ਕੋਈ ਡਾਕਟਰ ਇੰਜੀਨੀਅਰ ਨਹੀਂ ਬਣਨਾ ਚਾਹੁੰਦਾ, ਬਾਹਰ ਜਾਣਾ ਚਾਹੁੰਦੇ ਹੈ। ਅੱਛਾ ਆਪਸ਼ਨਸ ਇੱਥੇ ਵੀ ਬਹੁਤ ਹੈ। ਅੱਜ ਕੱਲ੍ਹ ਇੱਕ ਦੂਜੇ ਵੱਲ ਦੇਖਾ ਦੇਖੀ ਪ੍ਰੋਬਲਮ ਕੀ ਆ ਗਈ ਹੈ ਕਿ ਐਸਪੀਰੇਸ਼ਨ ਇੰਨੀ ਵੱਧ ਗਈਆਂ ਅੱਜ ਕੱਲ੍ਹ ਦੀ ਯੂਥ ਦੀਆਂ। ਸ਼ਾਰਟਕਟ ਹਰ ਬੱਚਾ ਚਾਹੁੰਦਾ ਹੈ ਕਿ ਫਟਾਫਟ ਜਾਈਏ, 2 ਸਾਲ ਲਾਈਏ, ਕਾਮਯਾਬ ਹੋਈਏ, ਪੈਸੇ ਕਮਾਉਣੇ ਸ਼ੁਰੂ ਕਰ ਦਈਏ। ਮਿਹਨਤ ਉੱਥੇ ਜਾ ਕੇ ਵੀ ਕਰਨੀ ਪੈਣੀ ਹੈ, ਮਿਹਨਤ ਇੱਥੇ ਵੀ ਕਰਨੀ ਪੈਣੀ ਹੈ। ਸਕਸੈਸਫੁਲ ਹੋਣ ਲਈ ਸਭ ਤੋਂ ਇੰਪੋਰਟੈਂਟ ਜ਼ਿੰਦਗੀ ਵਿੱਚ ਹੈ ਹਾਰਡ ਵਰਕ। ਉਹ ਤੋਂ ਬਗੈਰ ਨਾ ਇੰਡੀਆ 'ਚ ਕਾਮਯਾਬ ਹੋ, ਨਾ ਕੈਨੇਡਾ 'ਚ ਕਾਮਯਾਬ ਹੋ। ਸੋ ਫੀਸ ਆਫਟਰ ਵੀਜ਼ਾ ਦੀ ਅਸਲੀ ਸੱਚਾਈ ਕੀ ਹੈ ਆਪਾਂ ਅੱਜ ਗੱਲ ਕਰਾਂਗੇ। ਦੇਖੋ ਕੈਨੇਡਾ ਦੇ ਕਾਲਜਿਸ ਔਰ ਯੂਨੀਵਰਸਿਟੀਜ਼ ਇੱਕ ਟੁੱਕ ਗੱਲ ਕਹਿੰਦੇ ਹੈ ਕਿ ਜੇ ਵੀਜ਼ਾ ਚਾਹੀਦਾ ਹੈ ਬੱਚੇ ਦੇ ਖਾਤੇ 'ਚੋਂ, ਕੈਨੇਡਾ ਦੇ ਉਹਦੇ ਕਾਲਜ ਦੇ ਖਾਤੇ ਵਿੱਚ ਤੁਹਾਨੂੰ ਪੈਸਾ ਸਾਲ ਦਾ ਜਾਂ 1 ਸਮੈਸਟਰ ਦੀ ਫੀਸ ਜਮ੍ਹਾਂ ਕਰਵਾਉਣੀ ਪੈਣੀ ਹੈ। ਉਸ ਤੋਂ ਬਗੈਰ ਤੁਸੀਂ ਜੇ ਵੀਜ਼ਾ ਫਾਈਲ ਕਰਦੇ ਹੋ ਤਾਂ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਸੋ ਜਿਹੜੇ ਫੀਸ ਆਫਟਰ ਵੀਜ਼ਾ ਕਰਦੇ ਕਹਿੰਦੇ ਹੈ ਕਿ ਉਹ ਬੱਚੇ ਦੇ ਖਾਤੇ 'ਚੋਂ ਪੈਸੇ ਟਰਾਂਸਫਰ ਕਰਵਾਉਂਦੇ ਹੈ। ਅੱਜ ਮੈਂ ਇਸ ਮੰਚ 'ਤੇ ਦਾਅਵਾ ਕਰ ਰਿਹਾ ਕਿ ਜੇ ਕੋਈ ਬੱਚੇ ਦੇ ਖਾਤੇ 'ਚੋਂ ਉੱਥੇ ਫੀਸ ਟਰਾਂਸਫਰ ਕਰਵਾ ਰਿਹਾ ਹੈ, ਅਗਰ ਕੋਈ ਬੱਚਾ ਮੇਰੇ ਕੋਲ ਆ ਕੇ ਕਹਿੰਦਾ ਕਿ ਇੱਦਾਂ ਹੋਇਆ ਔਰ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਮੈਂ ਅੱਜ ਇਸ ਮੰਚ 'ਤੇ ਦਾਅਵਾ ਕਰ ਰਿਹਾ ਕਿ ਆਪਾਂ ਉਸ ਬੱਚੇ ਦਾ ਕੇਸ ਫ੍ਰੀ ਆਫ ਕਾਸਟ ਕਰਾਂਗੇ, ਕੋਈ ਪੈਸਾ ਚਾਰਜ ਨਹੀਂ ਕਰਾਂਗੇ। ਇਹ ਬਹੁਤ ਵੱਡਾ ਦਾਅਵਾ ਨੂਰ ਸਿੰਘ ਜੀ, ਅਸੀਂ ਡੇਲੀ ਪੋਸਟ ਪੰਜਾਬੀ ਤੇ ਇਹ ਨਸ਼ਰ ਕਰਨੀ ਹੈ ਚੀਜ਼। ਤੇ ਦੇਖੋ ਕੋਈ ਬੱਚਾ ਦਾਅਵਾ ਕਰ ਦਿੰਦਾ ਕਿ ਮੇਰੇ ਅਕਾਊਂਟ 'ਚੋਂ ਹੀ ਫੀਸ ਗਈ ਹੋਈ ਹੈ ਤਾਂ ਤੁਹਾਨੂੰ ਬੱਚਾ ਫ੍ਰੀ ਭੇਜਣਾ ਪੈਣਾ। ਬਿਲਕੁਲ ਭੇਜਾਂਗੇ ਜੀ। ਜੇ ਬੱਚਾ ਕੋਈ ਆ ਕੇ ਆਪਣੇ ਖਾਤੇ ਦੀ ਸਟੇਟਮੈਂਟ ਦਿਖਾ ਦਿੰਦਾ ਹੈ ਫੀਸ ਆਫਟਰ ਵੀਜ਼ਾ ਵਾਲਿਆਂ ਦੀ ਕਿ ਸਾਡੇ ਖਾਤੇ 'ਚੋਂ ਪੈਸੇ ਗਏ ਸੀ ਔਰ ਵੀਜ਼ਾ ਰਿਫਿਊਜ਼ ਹੋ ਗਿਆ ਔਰ ਮੁੜ ਖਾਤੇ 'ਚ ਪੈਸੇ ਉਹਨਾਂ ਨੇ ਵਾਪਸ ਭੇਜੇ ਤੇ ਆਪਾਂ ਆਪਣੇ ਫਾਈਨੈਂਸਰ ਨੂੰ ਪੈਸੇ ਮੋੜ ਦਿੱਤੇ, ਸਾਡੇ ਕੋਲ ਤੁਸੀਂ ਇਹ ਕੇਸ ਲੈ ਕੇ ਆਓ, ਆਪਾਂ ਤੁਹਾਡਾ ਕੇਸ ਫ੍ਰੀ ਕਰਾਂਗੇ। ਆਪਾਂ ਇਸ ਮੰਚ 'ਤੇ ਕਹਿ ਰਹੇ ਹਾਂ ਬੇਸਿਕਲੀ ਇੰਟੈਂਸ਼ਨ ਕੀ ਹੈ ਸੁਮਨ? ਇੰਟੈਂਸ਼ਨ ਹੈ ਐਕਸਪੋਜ਼ ਕਰਨਾ ਫੀਸ ਆਫਟਰ ਵੀਜ਼ੇ ਦਾ ਜੋ ਹੈ ਚੱਲ ਰਿਹਾ ਹੈ ਇਸ ਵੇਲੇ ਸਿਸਟਮ, ਬੱਚਿਆਂ ਨੂੰ ਆਗੂ ਕਰਨਾ। ਦੇਖੋ ਮੈਂ ਕਿਸੇ ਦੇ ਬਿਜ਼ਨਸ ਦੇ ਅਗੇਂਸਟ ਨਹੀਂ ਹਾਂ, ਅਗਰ ਕੋਈ ਬੱਚਾ ਇਹ ਚੀਜ਼ ਨੂੰ ਆਪਟ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਆਪਟ ਕਰੇ, ਬਟ ਹੀ ਔਰ ਸ਼ੀ ਸ਼ੁੱਡ ਨੋ ਕਿ ਕੈਨੇਡਾ ਦੇ ਵਿੱਚ ਕਾਲਜਿਸ ਔਰ ਯੂਨੀਵਰਸਿਟੀਜ਼ ਇਹ ਕਹਿੰਦੇ ਆ ਕਿ ਫੀਸ ਤੁਹਾਡੇ ਖਾਤੇ 'ਚੋਂ ਆਉਣੀ ਚਾਹੀਦੀ ਹੈ। ਜੇ ਫੀਸ ਨਹੀਂ ਆ ਰਹੀ ਹੈ ਤੇ ਅਲਟੀਮੇਟਲੀ ਇਟ ਇਜ਼ ਨਾਟ ਅ ਵੈਰੀ ਲੈਜਿਟੀਮੇਟ ਥਿੰਗ। ਅਗਰ ਤੁਹਾਡੇ 6 ਈਚ ਹੈ ਤੇ ਪਹਿਲੀ ਕੰਡੀਸ਼ਨ ਹੀ ਇਹ ਆਉਂਦੀ ਹੈ ਕਿ SDS ਦੇ ਵਿੱਚ 1 ਸਾਲ ਦੀ ਫੀਸ ਟਰਾਂਸਫਰ ਕਰਨੀ ਜ਼ਰੂਰੀ ਹੈ। ਨੌਨ SDS ਦੇ ਵਿੱਚ ਤੁਸੀਂ 1 ਸਮੈਸਟਰ ਦੀ ਟਰਾਂਸਫਰ ਵੀ ਕਰ ਸਕਦੇ ਹੋ, ਬਟ ਫੀਸ ਟਰਾਂਸਫਰ ਹੋਣੀ ਚਾਹੀਦੀ ਹੈ। ਹੁੰਦਾ ਕੀ ਹੈ ਫੀਸ ਆਫਟਰ ਵੀਜ਼ਾ ਵਿੱਚ ਪ੍ਰਾਈਵੇਟ ਕਾਲਜਿਸ ਨਾਲ ਅਰੇਂਜਮੈਂਟ ਕਰ ਲਿਆ ਜਾਂਦਾ ਹੈ ਕਿ ਤੁਸੀਂ ਬੱਚਾ ਸਾਨੂੰ ਭੇਜੋ, ਜੇ ਵੀਜ਼ਾ ਲੱਗ ਗਿਆ ਤਾਂ ਫੀਸ ਮੁੜ ਵੀਜ਼ਾ ਲੱਗਣ ਤੋਂ ਬਾਅਦ ਟਰਾਂਸਫਰ ਕਰ ਦੇਣਾ ਔਰ ਉਸ ਤੋਂ ਬਾਅਦ ਫਿਰ ਜਿਹੜੀ ਫੀਸ ਦਾ ਅਰੇਂਜਮੈਂਟ ਹੈ ਆਪਸ ਵਿੱਚ ਡਿਵੀਜ਼ਨ ਕਰ ਲਈ ਜਾਂਦੀ ਹੈ। ਸੋ ਇਸ ਕਰਕੇ ਇਹ ਅਵੇਅਰ ਕਰਨਾ ਬੱਚਿਆਂ ਨੂੰ ਜ਼ਰੂਰੀ ਹੈ। ਉਹਦੇ ਨਾਲ ਹੁੰਦਾ ਕੀ ਹੈ 100 ਕੇਸਾਂ 'ਚ ਲੱਗਦੇ ਵੀਜ਼ੇ 5-10 ਹੀ ਹੈ, ਉਹ ਬੰਦੇ ਫਿਰ ਅੱਗੇ ਪੈਸਾ ਕਮਾਉਣਾ ਸ਼ੁਰੂ ਕਰ ਦਿੰਦੇ ਹੈ ਕਿਉਂਕਿ ਉਹ 5-10 ਤੋਂ ਹੀ 30-40 ਦੀ ਕਸਰ ਪੂਰੀ ਕਰ ਲੈਂਦੇ ਹੈ, 30-40 ਜੋਗੀ ਕਸਰ ਪੂਰੀ ਕਰ ਲੈਂਦੇ ਹੈ। ਸੋ ਇਸ ਕਰਕੇ ਜੇ ਤੁਸੀਂ ਇਸ ਮੈਥਡ ਵਿੱਚ ਜਾਣਾ ਚਾਹੁੰਦੇ ਹੋ ਜੀ ਸਦਕੇ ਜਾਓ, ਬਟ ਚੰਗਾ ਕਿਤੇ ਕੇਸ ਖਰਾਬ ਕਰਕੇ ਨਾ ਬਹਿ ਜਾਣਾ। ਬਸ ਇਹੀ ਮੈਨੂੰ ਅਪੀਲ ਹੈ, ਬਿਕੋਜ਼ ਆਪਾਂ ਦੇਖੀਦਾ ਰੋਜ਼ ਦੇਖੀਦਾ ਬੱਚੇ ਮੁੜ ਸਾਡੇ ਦਫ਼ਤਰਾਂ 'ਚ ਆਉਂਦੇ ਆ ਕਿ ਜੀ ਫੀਸ ਆਫਟਰ ਵੀਜ਼ਾ ਦੇ ਚੱਕਰ ਵਿੱਚ ਪਏ ਸੀਗੇ ਜੀ, 70-80% ਨੰਬਰ ਸੀ, ਬੈਂਡ ਵੀ 6-7 ਸੀਗੇ ਤੇ ਤਾਂ ਵੀ ਵੀਜ਼ਾ ਰਿਫਿਊਜ਼ ਹੋ ਗਿਆ। ਕਿਉਂਕਿ ਜਿਹੜਾ ਦਾਖਲਾ ਸੀ ਉਹ ਪ੍ਰਾਈਵੇਟ ਕਾਲਜ ਵਿੱਚ ਸੀ ਜਿੱਥੇ ਫੀਸ ਵੀ ਜਿਹੜੀ ਲਿਖੀ ਹੋਈ ਸੀ ਉਹ ਐਕਚੁਅਲ 'ਚ ਟਰਾਂਸਫਰ ਸ਼ਾਇਦ ਨਾ ਹੀ ਹੋਈ ਹੋਵੇ। ਅਗੇਨ ਕੁਝ ਕਰਵਾਉਂਦੇ ਵੀ ਹੋਣਗੇ, ਬਟ ਮੈਨੂੰ ਲੱਗਦਾ ਹੈ ਕਿ ਦੈਟ ਇਜ਼ ਨਾਟ ਅ ਪੋਸੀਬਿਲਿਟੀ। ਸੋ ਇਸ ਲਈ ਬਾਇਰ ਟੂ ਬਿਵੇਅਰ ਇਹ ਚੀਜ਼ ਬਾਰੇ
ਸਾਡਾ ਮਕਸਦ ਇਹ ਸੀ ਇਸ ਮੰਚ ਤੇ ਆ ਕੇ ਕਿ ਤੁਹਾਨੂੰ ਜਾਗਰੂਕ ਕਰਨ ਦਾ। ਆਈ ਹੋਪ ਆਈ ਹੈਵ ਬੀਨ ਏਬਲ ਟੂ ਗਿਵ ਦੈਟ ਇਨਫੋਰਮੇਸ਼ਨ ਦੈਟ ਯੂ ਵਾਂਟਿੰਗ ਟੂ। ਉਮੀਦ ਹੈ ਕਿ ਜੇਕਰ ਬੱਚਿਆਂ ਦੀ ਇਸੇ ਤਰ੍ਹਾਂ ਲੁੱਟ ਹੋ ਰਹੀ ਹੈ, ਜੇ ਉਹਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਤਾਂ ਬੱਚੇ ਜਾਗਰੂਕ ਹੋਣੇ ਹੀ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਕੋਸ਼ਿਸ਼ ਕਰ ਸ਼ੁਰੂ ਰਹੇ ਤੋਂ ਹੀ ਸਾਡਾ ਉਪਰਾਲਾ ਰਿਹਾ ਸੁਮਨ ਕਿ ਹਰ ਵੇਲੇ ਹਰ ਪੁਆਇੰਟ ਤੇ ਜੋ ਚੀਜ਼ ਠੀਕ ਨਹੀਂ ਚੱਲ ਰਹੀ ਇੰਡਸਟਰੀ ਦੇ ਵਿੱਚ ਉਸ ਬਾਰੇ ਆਪਾਂ ਹਮੇਸ਼ਾ ਆਵਾਜ਼ ਚੱਕੀ ਹੈ, ਉਸ ਬਾਰੇ ਹਮੇਸ਼ਾ ਦੱਸਿਆ ਹੈ। ਬਾਕੀ ਜਾਨ ਦੀ ਡੈਸਪਰੇਸ਼ਨ ਕਈ ਵਾਰੀ ਇੰਨੀ ਜ਼ਿਆਦਾ ਰਹਿੰਦੀ ਹੈ ਕਿ ਬੰਦਾ ਛੋਟੀਆਂ-ਮੋਟੀਆਂ ਚੀਜ਼ਾਂ ਨਜ਼ਰਅੰਦਾਜ਼ ਕਰ ਦਿੰਦਾ ਕਿ ਇਸ ਚੀਜ਼ ਦਾ ਕੀ ਨੁਕਸਾਨ ਹੋਏਗਾ, ਕੀ ਰੈਪਰਕਸ਼ਨ ਹੋਣਗੀਆਂ। ਦੇਖੋ ਪਿਰਾਮਿਡ ਈ ਸਰਵਿਸਿਜ਼ ਹਮੇਸ਼ਾ ਇੱਕ ਸਟੂਡੈਂਟ ਨੂੰ ਇੱਕ ਫਾਈਲ ਨਹੀਂ ਟਰੀਟ ਕਰਦਾ, ਇੱਕ ਸਟੂਡੈਂਟ ਨੂੰ ਇੱਕ ਜ਼ਿੰਦਗੀ ਟਰੀਟ ਕਰਦਾ ਹੈ, ਉਹਦਾ ਕਰੀਅਰ, ਉਹਦਾ ਭਵਿੱਖ ਟਰੀਟ ਕਰਦਾ ਹੈ। ਵੀਜ਼ਾ ਲੱਗਣਾ ਨਾ ਲੱਗਣਾ ਤੇ ਅੱਗੇ ਬਾਬੇ ਨਾਨਕ ਦੇ ਹੱਥ ਹੈ, ਇਮੀਗ੍ਰੇਸ਼ਨ ਕੈਨੇਡਾ ਦੇ ਹੱਥ ਹੈ। ਬਟ ਅਲਟੀਮੇਟਲੀ ਤੁਸੀਂ ਸਹੀ ਦਾਖਲਾ ਕਰਵਾ ਦਿਓ, ਸਹੀ ਕੋਰਸ ਦੀ ਚੋਣ ਕਰਵਾ ਦਿਓ, ਪ੍ਰੈਜੈਂਟੇਸ਼ਨ ਠੀਕ ਕਰ ਲਓ ਤੇ ਤੁਸੀਂ ਆਪਣਾ ਕੰਮ ਕਰਤਾ। ਅੱਗੇ ਇਮੀਗ੍ਰੇਸ਼ਨ ਕੈਨੇਡਾ ਨੋਜ਼ ਵੈਦਰ ਦੇ ਵਾਂਟ ਟੂ ਗ੍ਰਾਂਟ ਦ ਵੀਜ਼ਾ। ਬੱਚਿਆਂ ਦੇ ਵੀਜ਼ਾਸ ਆਏ ਨੇ ਤਾਂ ਬੱਚੇ ਡਾਇਰੈਕਟ ਫਲਾਈਟ ਰਾਹੀਂ ਕੈਨੇਡਾ ਨਹੀਂ ਪਹੁੰਚ ਰਹੇ। ਜਿਹੜੇ ਹਾਲਟ ਨੇ ਉੱਥੇ ਬੱਚੇ ਜਾਂ ਤਾਂ ਫਸ ਰਹੇ ਨੇ ਜਾਂ ਵਾਪਸ ਆ ਰਹੇ ਨੇ ਜਾਂ ਹਾਲੇ ਤੱਕ ਆਈਸੋਲੇਸ਼ਨ ਨਹੀਂ ਪੂਰਾ। ਸੁਮਨ ਬਹੁਤ ਅੱਛਾ ਕੁਐਸਚਨ ਹੈ, ਦੈਟਸ ਅ ਵੈਰੀ ਐਕਸਲੈਂਟ ਕੁਐਸਚਨ। ਟਰੈਵਲ ਐਡਵਾਈਜ਼ਰੀਜ਼ ਜਿਹੜੀਆਂ ਚੇਂਜ ਹੋ ਰਹੀਆਂ ਹਰ ਹਫਤੇ 2 ਹਫਤੇ ਹਰ ਮਹੀਨੇ ਬਾਅਦ ਉਹ ਟਰੈਵਲ ਐਡਵਾਈਜ਼ਰੀਜ਼ ਚੇਂਜ ਹੋ ਰਹੀਆਂ। तो बहुत ज़रूरी है इस वेले जानना हो की रहा है कि बच्चा मैडिकल हो कि मतलब बेसिकली प्रॉब्लम की आ रही है कि जो मैडिकल बच्चा करवाता है ऑफर लैटर आने तो बाद तो मैडिकल तो बाद फाइल लगन नूं टाइम लग रहा है, फाइल तो बाद रिजल्ट आने नूं टाइम लग रहा है। जो वो एक्चुअली फ्लाई करन दा सोच रहा है उदों जां उहदा मैडिकल एक्सपायर हो चुका हुंदा है ਜਾਂ ਉਹਦਾ ਮੈਡੀਕਲ ਐਕਸਪਾਇਰ ਹੋਣ ਵਾਲਾ ਹੁੰਦਾ। ਸੋ ਜਦੋਂ ਇੱਥੇ ਇੱਕ ਤੋਂ ਦੂਜੀ ਕੰਟਰੀ ਵਿੱਚ ਉਹ ਟ੍ਰਾਂਜ਼ਿਟ ਲਈ ਰੁਕਦਾ ਹੈ ਤੇ ਉੱਥੇ ਉਹਨੂੰ ਬੋਰਡ ਨਹੀਂ ਕੀਤਾ ਜਾਣ ਦੇ ਰਿਹਾ ਕਿਉਂਕਿ ਉਹਦੀ ਮੈਡੀਕਲ ਕਲੀਅਰੈਂਸ ਨਹੀਂ ਹੈ। ਮੈਡੀਕਲ ਕਲੀਅਰੈਂਸ ਨਾ ਹੋਣ ਕਰਕੇ ਬਹੁਤ ਸਾਰੇ ਬੱਚੇ ਜਿਹੜੀ ਟ੍ਰਾਂਜ਼ਿਟ ਕੰਟਰੀਜ਼ ਹੈ ਜਿੱਥੇ ਹਾਲਟ ਲੈ ਰਹੇ ਹੈ ਉੱਥੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਵਾਪਸ ਭੇਜਿਆ ਜਾ ਰਿਹਾ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸੋ ਮੇਰੀ ਅਪੀਲ ਹੈ ਹਰ ਇੱਕ ਸਟੂਡੈਂਟ ਨੂੰ ਜੋ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦਾ ਹੈ ਕਿ ਜਾਣ ਤੋਂ ਪਹਿਲੇ ਇਹ ਦੇਖੋ ਕਿ ਤੁਹਾਡੀ ਮੈਡੀਕਲ ਦੀ ਵੈਲਿਡਿਟੀ ਕੀ ਹੈ। 6 ਮੰਥਸ ਦੀ ਮਿਨੀਮਮ ਵੈਲਿਡਿਟੀ ਚਾਹੀਦੀ ਹੈ ਔਰ ਮੈਡੀਕਲ ਕਰਵਾ ਕੇ ਬੱਚੇ ਕੀ ਕਰ ਰਹੇ ਹੈ ਸੁਮਨ, ਮੈਡੀਕਲ ਕਰਵਾ ਕੇ ਕਹਿ ਰਹੇ ਹੈ ਸਾਨੂੰ ਬਸ ਜਾਣ ਦਿਓ। ਆਪਾਂ ਮੈਡੀਕਲ ਕਰਵਾ ਲਿਆ, ਤੁਸੀਂ ਕਿਹਾ ਸੀ ਮੈਡੀਕਲ ਕਰਵਾਉਣਾ ਹੈ, ਆਪਾਂ ਮੈਡੀਕਲ ਕਰਵਾ ਲਿਆ, ਸਾਨੂੰ ਜਾਣ ਦਿਓ। ਅੱਛਾ, ਜਿੱਥੋਂ ਮੈਡੀਕਲ ਕਰਵਾਉਂਦੇ ਹੈ ਉਹਨਾਂ ਦੇ ਵੀ ਇੰਨੀ ਭੀੜ ਪੈ ਚੁੱਕੀ, ਇੰਨਾ ਰਸ਼ ਪੈ ਚੁੱਕਾ ਹੈ ਕਿ ਉਹ ਵੀ 3-3 ਹਫ਼ਤੇ ਅੱਗੇ ਮੈਡੀਕਲ ਦੀ ਰਿਪੋਰਟ ਐਮਬੈਸੀ ਨੂੰ ਭੇਜ ਹੀ ਨਹੀਂ ਰਹੇ। ਜਦੋਂ ਤੱਕ ਐਮਬੈਸੀ ਕੋਲ ਰਿਪੋਰਟ ਨਹੀਂ ਜਾਊਗੀ ਉਦੋਂ ਤੱਕ CIC ਪੋਰਟਲ ਤੇ ਅਪਡੇਟ ਨਹੀਂ ਹੋਊਗੀ ਤੇ ਟਰੈਵਲ ਦੇ ਵਿੱਚ ਪ੍ਰੋਬਲਮ ਆਊਗੀ। ਬਹੁਤ ਸਾਰੇ ਇਹੋ ਜਿਹੇ ਕੇਸਿਸ ਹੋਏ ਜਿਹਦੇ ਵਿੱਚ ਬੱਚੇ ਨੇ ਮੈਡੀਕਲ ਕਰਵਾਇਆ, ਤੀਜੇ ਚੌਥੇ ਦਿਨ ਫਲਾਈਟ ਫੜ ਲਈ, ਉਸ ਤੋਂ ਬਾਅਦ ਜਾ ਕੇ ਜਾਂ ਮਾਲਡੀਵਸ ਫਸ ਗਿਆ ਜਾਂ ਫਰੈਂਕਫਰਟ ਫਸ ਗਿਆ ਜਾਂ ਮੈਕਸੀਕੋ ਫਸ ਗਿਆ ਜਾਂ ਸਰਬੀਆ ਫਸ ਗਿਆ ਕਿਉਂਕਿ ਉੱਥੇ ਮੈਡੀਕਲ ਦੀ ਕਲੀਅਰੈਂਸ ਨਹੀਂ ਮਿਲੀ। ਸੋ ਬਹੁਤ ਇੰਪੋਰਟੈਂਟ ਹੈ ਮੈਡੀਕਲ ਤੋਂ ਬਾਅਦ 3 ਹਫ਼ਤੇ ਦਾ ਟਾਈਮ ਦਿਓ ਟਰੈਵਲ ਕਰਨ ਲਈ। ਜਾਂ ਤੁਹਾਡੇ ਅਗਰ ਮੈਡੀਕਲ ਵੈਲਿਡ ਹੈ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਬਟ ਵੈਲਿਡਿਟੀ ਵੀ ਘੱਟ ਤੋਂ ਘੱਟ ਤੁਹਾਡੇ ਕੋਲ 1 ਮਹੀਨੇ ਦੀ ਸਪੇਅਰ ਹੋਣੀ ਚਾਹੀਦੀ ਹੈ। ਕਿਤੇ ਇਹ ਨਾ ਹੋਵੇ ਰਸਤੇ ਵਿੱਚ ਜਾ ਕੇ ਪ੍ਰੋਬਲਮ ਆ ਜਾਵੇ ਔਰ ਲੱਖਾਂ ਰੁਪਏ ਦਾ ਨੁਕਸਾਨ ਕਰਾ ਕੇ ਬੈਠ ਜਾਓ। ਫਰਸਟ੍ਰੇਸ਼ਨ ਵੱਖਰੀ, ਮਾਪਿਆਂ ਦੀ, ਤੁਹਾਡੀ, ਸਾਰਿਆਂ ਦੀ। ਇੱਕ ਮੇਰਾ ਸਵਾਲ ਹੋਰ ਸੀ, ਤੁਸੀਂ ਜਦੋਂ ਵੀ ਬੱਚਿਆਂ ਨੂੰ ਗਾਈਡ ਕੀਤਾ ਤੁਸੀਂ ਮੇਲੇ ਵੀ ਲਗਾਏ ਨੇ, ਲੱਗ ਵੀ ਰਹੇ ਨੇ, ਆਉਣ ਵਾਲੀਆਂ ਤਰੀਕਾਂ 'ਚ ਵੀ ਅਸੀਂ ਦੇਖਿਆ ਤੁਹਾਡਾ ਜਿਹੜਾ ਸਕੈਡਿਊਲ ਹੈ। ਤਾਂ ਬੱਚਿਆਂ ਨੂੰ ਅਕਸਰ ਤੁਸੀਂ ਕਹਿੰਦੇ ਹੋ ਕਿ ਜੇ ਬੈਂਡ ਨੇ ਤੁਹਾਡੇ ਕੋਲ 6 ਬੈਂਡ ਹੈਗੇ ਨੇ ਤਾਂ ਹੀ ਪੋਸੀਬਲ ਹੈ। ਤਾਂ ਜਿਹੜੇ ਬੱਚੇ ਬੈਂਡ ਨਹੀਂ ਲੈ ਪਾ ਰਹੇ, ਹਰ ਪੰਜਾਬੀ ਤਾਂ ਇੰਨਾ ਕੇਪੇਬਲ ਨਹੀਂ ਹੈ, ਠੀਕ ਹੈ, ਆਪੋ ਆਪਣੇ ਤਰੀਕੇ ਦੇ ਨਾਲ ਬੱਚਾ ਕੇਪੇਬਲ ਹੁੰਦਾ। ਜ਼ਰੂਰੀ ਨਹੀਂ ਕਿ ਜਿਹਨੇ ਆਇਲਸ ਬੈਂਡ ਹੀ ਲਏ ਨੇ ਉਹਨੂੰ ਹੀ ਆਪਾਂ ਕੇਪੇਬਲ ਕਵਾਂਗੇ। ਤਾਂ ਬਿਨਾਂ ਆਇਲਸ ਵਾਲਿਆਂ ਦਾ ਕੀ ਭਵਿੱਖ ਹੈ? ਦੇਖੋ, ਬਿਨਾਂ ਆਇਲਸ ਵਾਲੇ ਅਗਰ ਕੈਨੇਡਾ ਜਾਣਾ ਚਾਹੁੰਦੇ ਹੈ ਤੇ ਪਿਰਾਮਿਡ ਕਾਲਜ ਇੱਕ ਬਹੁਤ ਚੰਗਾ ਉਪਰਾਲਾ ਲੈ ਕੇ ਆਇਆ ਸੀ 3 ਸਾਲ ਪਹਿਲੇ, ਜਿਹਦੇ ਵਿੱਚ ਬੱਚਾ ਬਿਨਾਂ ਆਇਲਟਸ ਤੋਂ ਪਿਰਾਮਿਡ ਕਾਲਜ ਵਿੱਚ ਕੈਨੇਡੀਅਨ ਪ੍ਰੋਗਰਾਮ ਦੇ ਵਿੱਚ ਦਾਖਲਾ ਲੈ ਸਕਦਾ ਹੈ PTU ਦੀ ਕੋਲੈਬੋਰੇਸ਼ਨ ਦੇ ਨਾਲ। ਔਰ 2 ਸਾਲ ਇੱਥੇ ਪੜ੍ਹਾਈ ਦੇ ਦੌਰਾਨ IELTS ਦੀ ਤਿਆਰੀ ਪਿਰਾਮਿਡ ਕਾਲਜ ਕਰਵਾਊਗਾ ਔਰ 7 ਬੈਂਡ ਤੱਕ ਬੱਚਿਆਂ ਦੇ ਔਨ ਐਨ ਐਵਰੇਜ 6.5-7 ਬੈਂਡ ਤੱਕ ਬੱਚਿਆਂ ਦੇ ਆ ਜਾਂਦੇ ਹੈ। ਤੇ ਤੀਸਰੇ ਸਾਲ ਬੱਚਾ ਡਾਇਰੈਕਟਲੀ ਕੈਨੇਡੀਅਨ ਯੂਨੀਵਰਸਿਟੀ ਜਾਂ ਕਾਲਜ ਵਿੱਚ ਡਿਗਰੀ ਕਰਨ ਜਾਊਗਾ। ਦੇਖੋ, ਡਿਪਲੋਮਾ ਦੇ PR ਦੇ ਪੁਆਇੰਟ ਆਫ ਵਿਊ ਨਾਲ ਪੁਆਇੰਟ ਘੱਟ ਹੈ, ਡਿਗਰੀ ਦੇ ਪੁਆਇੰਟ ਵੱਧ ਹੈ। ਡਿਪਲੋਮਾ ਤੋਂ ਬਾਅਦ ਜਿਵੇਂ ਇੰਡੀਆ ਵਿੱਚ ਡਿਪਲੋਮਾ ਹੋਲਡਰਾਂ ਨੂੰ ਜੌਬ ਜਿਹੜੀਆਂ ਮਿਲਦੀਆਂ ਉਹ ਬਲੂ ਕਾਲਰ ਮਿਲਦੀਆਂ, ਡਿਗਰੀ ਹੋਲਡਰਾਂ ਨੂੰ ਚੰਗੀ ਯੂਨੀਵਰਸਿਟੀਆਂ ਤੋਂ ਵਾਈਟ ਕਾਲਰ ਮਿਲਦੀਆਂ। ਇੱਦਾਂ ਹੀ ਕੈਨੇਡਾ ਦੇ ਵਿੱਚ ਵੀ ਡਿਪਲੋਮਾ ਹੋਲਡਰਸ ਨੂੰ ਉਹ ਵਾਲੀਆਂ ਜੌਬ ਨਹੀਂ ਮਿਲਦੀਆਂ, ਉਹ ਐਕਸੈਸ ਨਹੀਂ ਮਿਲਦਾ ਜੋ ਡਿਗਰੀ ਵਾਲਿਆਂ ਨੂੰ ਮਿਲਦਾ। ਸੋ ਪਿਰਾਮਿਡ ਕਾਲਜ ਦੇ ਥਰੂ ਜਿਹੜਾ ਬੱਚਾ ਜਾਂਦਾ ਹੈ ਉਹ ਡਿਪਲੋਮੇ ਜਿੰਨਾ ਖਰਚਾ ਕਰਦਾ ਔਰ ਮਿਲਦੀ ਉਹਨੂੰ ਡਿਗਰੀ ਹੈ।
ਸੋ ਲਗਭਗ 2 ਸਾਲਾਂ ਵਿੱਚ ਤੁਸੀਂ ਲੱਖ ਰੁਪਈਆ ਸਿਰਫ ਖਰਚਾ ਕਰਦੇ ਹੋ ਔਰ ਸੇਵ ਕਰਦੇ ਹੋ 30 ਤੋਂ 35 ਲੱਖ ਰੁਪਈਆ। ਆਇਲਟਸ ਦੀ ਕੋਈ ਲੋੜ ਨਹੀਂ, 60% 12ਵੀਂ 'ਚ ਨੰਬਰ ਚਾਹੀਦੇ ਹੈ। ਚਾਹੇ BBA 'ਚ ਜਾਣਾ ਚਾਹੁੰਦੇ ਹੋ, ਚਾਹੇ BCom, ਚਾਹੇ BCA, ਚਾਹੇ ਹੌਸਪਿਟੈਲਿਟੀ, ਚਾਹੇ ਐਨੀਮੇਸ਼ਨ ਮਲਟੀਮੀਡੀਆ, ਇਹ ਸਾਰੇ ਪ੍ਰੋਗਰਾਮਾਂ ਦੇ 2+2 1+1 ਟ੍ਰਾਂਸਫਰ ਪ੍ਰੋਗਰਾਮ ਅਵੇਲੇਬਲ ਹੈ। ਅੱਜ ਹੀ ਕਾਲ ਕਰੋ ਪਿਰਾਮਿਡ ਕਾਲਜ ਵਿੱਚ, ਵੈਬਸਾਈਟ ਤੇ ਜਾਓ ਜਾਂ 9397893938 93978 93978 ਤੇ ਕਾਲ ਕਰੋ। ਕਾਲਜ ਵਿੱਚ ਵਿਜ਼ਿਟ ਕਰੋ, ਕੈਂਪਸ ਦੀ ਵਾਈਬ੍ਰੈਂਸ ਦੇਖੋ, ਫੈਕਲਟੀ ਨੂੰ ਮਿਲੋ ਜਿਹੜੇ ਬੱਚੇ ਜਾ ਚੁੱਕੇ ਹੈ ਸੈਂਕੜੋਂ ਦੀ ਤਾਦਾਦ ਵਿੱਚ। ਉਹਨਾਂ ਬੱਚਿਆਂ ਦੇ ਐਕਸਪੀਰੀਅੰਸਿਸ ਸੁਣੋ, ਕਿੰਨਾ ਕੁ ਪੈਸਾ ਸੇਵ ਹੋਇਆ, ਪਿਰਾਮਿਡ ਕਾਲਜ ਵਿੱਚ ਐਕਸਪੀਰੀਅੰਸ ਕੀ ਸੀ, ਆਨਲਾਈਨ ਪੜ੍ਹਾਈ ਕਿੱਦਾਂ ਕਰਵਾਈ ਗਈ, ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰੋ ਔਰ ਉਸ ਤੋਂ ਬਾਅਦ ਇਸ ਕਾਲਜ ਵਿੱਚ ਦਾਖਲਾ ਲੈ ਕੇ ਇੱਕ ਡਿਗਰੀ ਦੇ ਵੱਲ ਅੱਜ ਹੀ ਆਪਣਾ ਇੱਕ ਕਦਮ ਚੁੱਕੋ। ਜਿਸ ਬੱਚੇ ਨੇ 30-32 ਲੱਖ ਖਰਚ ਕੇ ਆਪਣਾ ਭਵਿੱਖ ਉਜਵਲ ਕੀਤਾ, ਉਹ ਬੱਚਾ 1 ਲੱਖ ਖਰਚ ਕੇ ਵੀ ਕਰ ਸਕਦਾ ਹੈ। ਸੋ 30-32 ਲੱਖ ਰੁਪਈਆ ਵਰਸਸ ਆਪਾਂ ਆਫਲਾਈਨ ਗੱਲ ਕਰ ਰਹੇ ਸੀ ਕਿ ਇੱਕ ਬੱਚਾ ਸਾਡੇ ਕੋਲ 2017 ਵਿੱਚ ਆਇਆ ਸੀ, ਫਾਦਰ ਲੇਬਰਰ ਸੀ, ਛੋਟਾ ਰੱਖਾਂਗੇ, ਫਾਦਰ ਲੇਬਰਰ ਸੀ, ਘਰ ਗਹਿਣੇ ਰੱਖ ਕੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਸੀ ਬਟ ਲੋਨ ਨਹੀਂ ਮਿਲਦਾ ਪਿਆ ਸੀ। ਇਸ ਕਰਕੇ ਉਹਨਾਂ ਨੇ ਕਿਹਾ ਚਲੋ ਕਾਲਜ ਵਿੱਚ ਦਾਖਲਾ ਕਰਾ ਦਿੰਦੇ ਆ। ਆਪਾਂ ਬੱਚੇ ਨੂੰ ਸਪੋਰਟ ਕੀਤੀ, ਉਹਨੂੰ ਸਕਾਲਰਸ਼ਿਪ ਦਿੱਤੀ। 2 ਸਾਲਾਂ ਵਿੱਚ ਬੱਚਾ 60-65% ਵਾਲਾ ਬੱਚਾ PTU ਦੇ ਪਹਿਲੇ 2 ਸਾਲਾਂ ਵਿੱਚ 80% ਤੇ ਪਹੁੰਚ ਗਿਆ ਔਰ ਆਇਲਟਸ ਦੀ ਕੋਚਿੰਗ ਪਿਰਾਮਿਡ ਕਾਲਜ ਦੁਆਰਾ ਦਿੱਤੀ ਗਈ, ਫ੍ਰੀ ਕੋਚਿੰਗ। ਆ ਕੇ ਉਹ ਬੱਚੇ ਨੇ ਕਿਹਾ ਕਿ ਸਰ ਨਾਲ ਦੇ ਮੇਰੇ ਬੱਚੇ ਕਦੀ ਕਿਸੇ ਆਇਲਟਸ ਇੰਸਟੀਟਿਊਸ਼ਨ ਵਿੱਚ ਜਾਂਦੇ ਸੀ ਘੁੰਮਣ ਫਿਰਨ ਲਈ, ਗੇੜੀਆਂ ਮਾਰਨ ਲਈ, ਮੈਂ ਪਿਰਾਮਿਡ ਕਾਲਜ ਦੇ ਟ੍ਰੇਨਰਾਂ ਤੋਂ ਪੜ੍ਹਿਆ। 2 ਸਾਲਾਂ 'ਚ ਮੇਰੇ 6.5 ਬੈਂਡ ਆਏ ਹੈ ਔਰ ਹੁਣ ਮੈਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦਾ ਵੀਜ਼ਾ ਹਾਸਲ ਕਰ ਚੁੱਕਾ ਹੈ। ਔਰ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਨੂੰ ਜਦੋਂ ਤੁਸੀਂ ਦੱਸਿਆ ਕਿ ਇਹ ਬੱਚੇ ਦੀ ਸਟੋਰੀ ਹੈ, ਉਹਨਾਂ ਨੇ ਵੀ $5000 ਦੀ ਸਕਾਲਰਸ਼ਿਪ ਮੈਨੂੰ ਦੇ ਦਿੱਤੀ ਤਾਂ ਕਿ ਮੈਂ ਅੱਗੇ ਪੜ੍ਹਾਈ ਕਰ ਸਕਾਂ। ਸੋ ਇੱਕ ਬੱਚਾ ਉਸ ਪਰਿਵਾਰ 'ਚੋਂ ਜਿਨਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਡੀਆ ਦੇ ਕਿਸੇ ਚੰਗੇ ਕਾਲਜ ਯੂਨੀਵਰਸਿਟੀ 'ਚ ਪੜ੍ਹ ਸਕਦਾ ਹਾਂ, ਪਿਰਾਮਿਡ ਕਾਲਜ ਦੇ ਐਕਸੈਸ ਟੂ ਐਜੂਕੇਸ਼ਨ ਦਾ ਐਕਸੈਸ ਲੈ ਕੇ ਉਹ ਬੱਚਾ ਹੁਣ ਇਸ ਵੇਲੇ ਕੈਨੇਡਾ ਦੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਜੋ ਕਿ ਇੱਕ ਟੌਪ ਦੀ ਸਰਕਾਰੀ ਯੂਨੀਵਰਸਿਟੀ ਹੈ, ਉੱਥੇ ਪੜ੍ਹਨ ਜਾ ਰਿਹਾ ਹੈ। ਸੋ ਇੱਦਾਂ ਦੀਆਂ ਪਾਵਰਫੁਲ ਸਟੋਰੀਜ਼ ਪਿਰਾਮਿਡ ਕਾਲਜ ਹਰ ਰੋਜ਼ ਲਿਖਦਾ ਹੈ। ਬਹੁਤ ਖੁਸ਼ੀ ਹੁੰਦੀ ਹੈ ਉਹ ਬੱਚੇ ਜਿਹੜੇ ਜਿਨ੍ਹਾਂ ਕੋਲ ਐਕਸੈਸ ਨਹੀਂ ਸੀ, ਜਿਨ੍ਹਾਂ ਕੋਲ ਫੰਡਸ ਨਹੀਂ ਸੀ, ਜਿਨ੍ਹਾਂ ਦੇ ਕੋਲ ਓਪਰਚੁਨਿਟੀ ਨਹੀਂ ਸੀ ਜਾਂ ਕੋਵਿਡ ਕਰਕੇ ਮਾਪਿਆਂ ਦੇ ਨਾਲ ਰਹਿਣਾ ਚਾਹੁੰਦੇ ਸੀ, ਰਿਸ਼ਤੇਦਾਰਾਂ ਕੋਲ 2 ਸਾਲ ਹੋਰ ਲਾਣਾ ਚਾਹੁੰਦੇ ਸੀ, ਉਹ ਬੱਚਿਆਂ ਨੂੰ ਐਕਸੈਸ ਜਦੋਂ ਮਿਲਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਤਾਂ ਬੜਾ ਸ਼ਲਾਘਾਯੋਗ ਕਦਮ ਹੈ ਪਿਰਾਮਿਡ ਈ-ਸਰਵਿਸਿਜ਼ ਦਾ, ਪਿਰਾਮਿਡ ਕਾਲਜ ਦਾ। ਜਿਹੜਾ ਬੱਚਾ ਕਿਉਂਕਿ ਮਿਡਲ ਕਲਾਸ ਫੈਮਿਲੀ ਤੋਂ ਜੋ ਬਿਲੋਂਗ ਕਰਦੇ ਨੇ, ਜੋ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ, ਜਿਹੜੇ ਬੱਚੇ ਇੰਨਾ ਕੁ ਵੀ ਸੁਪਨਾ ਨਹੀਂ ਦੇਖ ਸਕਦੇ ਕਿ ਉਹ ਆਪਣੇ ਦੇਸ਼ ਦੇ ਵਿੱਚ, ਆਪਣੇ ਸੂਬੇ ਦੇ ਵਿੱਚ ਰਹਿ ਕੇ ਕਿਸੇ ਚੰਗੇ ਕਾਲਜ ਤੋਂ ਸਿੱਖਿਆ ਹਾਸਲ ਕਰ ਸਕਣ, ਤੇ ਉਹ ਅੱਜ ਕੈਨੇਡਾ ਬੈਠ ਕੇ ਚੰਗੀ ਸਿੱਖਿਆ ਹਾਸਲ ਕਰ ਸਕਣਗੇ। ਭਵਿੱਖ ਜਿਹੜਾ ਉਹ ਆਪਣਾ ਉੱਥੇ ਬੈਠ ਕੇ ਆਪਣੇ ਕੰਮ ਨੂੰ ਲੈ ਕੇ, PR ਨੂੰ ਲੈ ਕੇ ਸੁਪਨੇ ਦੇਖ ਸਕਣਗੇ ਤੇ ਉਹ ਪੂਰੇ ਵੀ ਹੋਣਗੇ। ਬਹੁਤ ਸਾਰੇ ਬੱਚਿਆਂ ਦੇ ਹੋਏ ਨੇ ਤੇ ਹੋਣਗੇ। ਤਾਂ ਪਿਰਾਮਿਡ ਈ-ਸਰਵਿਸਿਜ਼ ਦਾ, ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਲੱਖਾਂ ਰੁਪਏ ਬਚਾ ਕੇ ਤੁਸੀਂ ਬਿਲਕੁਲ ਉਸੇ ਤਰ੍ਹਾਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਜਿਨ੍ਹਾਂ ਬੱਚਿਆਂ ਨੇ ਲੱਖਾਂ ਰੁਪਏ ਖਰਚ ਕੇ ਸੁਪਨਿਆਂ ਨੂੰ ਪੂਰਾ ਕੀਤਾ ਤਾਂ ਇਸ ਤੋਂ ਜ਼ਿਆਦਾ ਫਾਇਦੇ ਵਾਲੀ ਡੀਲ ਹੋਰ ਕੀ ਹੋ ਸਕਦੀ ਹੈ। ਤਾਂ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਕੈਮਰਾਮੈਨ ਪਰਵਿੰਦਰ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਜਲੰਧਰ।